ਭਾਈ ਮਰਦਾਨੇ ਨੇ ਕਿਹਾ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਤੋਂ ਬਾਅਦ ਇਸ ਤਰ੍ਹਾਂ ਕੁਝ ਸਮਾਂ ਬੀਤਿਆ ਤਾਂ ਮੂਲ ਚੰਦ ਆਪਣੀ ਪੁੱਤਰੀ ਨੂੰ ਮਿਲਣ ਵਾਸਤੇ ਆਇਆ। ਜਦ ਹੀ ਪੁੱਤਰੀ ਦੇ ਘਰ ਅੰਦਰ ਗਿਆ ਤਾਂ ਮਨ ਵਿੱਚ ਪੁੱਤਰੀ ਵਾਸਤੇ ਬੜਾ ਪਿਆਰ ਜਾਗਿਆ। ਜਦ ਮਾਤਾ ਸੁਲੱਖਣੀ ਨੇ ਉੱਠ ਕੇ ਵੇਖਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਜਲ ਭਰ ਆਇਆ ਅਤੇ ਬੜੇ ਬਹਿਬਲ ਹੋ ਗਏ। ਪਿਤਾ ਨੂੰ ਮਿਲ ਕੇ ਬਹੁਤ ਰੋਣ ਲੱਗੇ ਅਤੇ ਦੁੱਖ ਨਾਲ ਕਰੁਣਾ ਰਸ ਵਿੱਚ ਡੁੱਬ ਗਏ। ਹੰਝੂ ਡਿੱਗਣ ਨਾਲ ਸਾਰੇ ਕੱਪੜੇ ਭਿੱਜ ਗਏ, ਮਾਨੋ ਆਪਣੇ ਦੁੱਖ ਮਲ ਮਲ ਕੇ ਧੋ ਰਹੇ ਸਨ। ਫਿਰ ਆਪ ਬੈਠ ਕੇ ਪਿਤਾ ਬਿਠਾਇਆ ਅਤੇ ਆਪਣੇ ਸਾਰੇ ਦੁੱਖ ਹੌਲੀ ਹੌਲੀ ਦੱਸੇ। ਨੈਣ ਪਾਣੀ ਦੀਆਂ ਬੂੰਦਾਂ ਛੱਡਦੇ ਹਨ, ਹੌਸਲਾ ਰਹਿਤ ਹੋ ਕੇ ਬਚਨ ਕਹਿ ਰਹੇ ਹਨ। ਸੁਣੋ ਪਿਤਾ ਜੀ, ਮੈਨੂੰ ਕਿਹਨਾਂ ਦੇ ਸੰਗ ਲਾਇਆ ਹੈ ਜਿਨ੍ਹਾਂ ਨੂੰ ਘਰ ਦੀ ਕੋਈ ਚਿੰਤਾ ਨਹੀਂ। ਉਹਨਾਂ ਨਾਲ ਸੰਬੰਧ ਜੋੜ ਕੇ ਤੁਸੀਂ ਮੈਨੂੰ ਡੋਬ ਦਿੱਤਾ ਹੈ। ਪਿਛਲੇ ਜਨਮ ਵਿੱਚ ਮੈਂ ਕੋਈ ਮਾੜੇ ਕੰਮ ਕੀਤੇ ਸਨ। 1-2 ਮਹੀਨੇ ਬਾਹਰ ਹੀ ਬਤੀਤ ਕਰਦੇ ਹਨ ਅਤੇ ਘਰ ਵਿੱਚ ਆ ਕੇ ਕਦੀ ਆਪਣਾ ਚਿਹਰਾ ਹੀ ਨਹੀਂ ਵਿਖਾਉਂਦੇ। ਜਿਵੇਂ ਇੱਥੇ ਆ ਕੇ ਕੋਈ ਪਰਦੇਸ਼ੀ ਵਸਿਆ ਹੋਵੇ, ਉਸ ਨਿਰਮੋਹ ਦੀ ਤੈਸੀ ਰੀਤੀ ਹੈ। ਹੱਟੀ ਉਤੇ ਅਣਗਿਣਤ ਧਨ ਆਉਂਦਾ ਹੈ, ਸਾਰਾ ਹੀ ਘਰ ਤੋਂ ਬਾਹਰ ਹੀ ਲੁਟਾ ਆਉਂਦੇ ਹਨ। ਸਾਰੀ ਕਮਾਈ ਨੂੰ ਬਰਬਾਦ ਕਰ ਰਹੇ ਹਨ, ਕੋਈ ਵੀ ਸਮਝਾਉਂਦਾ ਨਹੀਂ, ਸਭ ਉਹਨਾਂ ਦੇ ਪਿਆਰ ਵਿੱਚ ਬੱਝੇ ਹੋਏ ਹਨ। ਗ੍ਰਹਿਸਥ ਰੀਤ ਦੇ ਉਲਟ ਚੱਲਣ ਵਾਲੇ ਹਨ, ਮਾਨੋ ਉਹ ਵਜਲ ਖਰਚਿਆਂ ਦਾ ਘਰ ਬਣ ਗਏ ਹੋਣ। ਵੱਡੇ ਵੱਡੇ ਫਕੀਰਾਂ ਨਾਲ ਸਦਾ ਮੇਲ ਮਿਲਾਪ ਰੱਖਦੇ ਹਨ, ਪਰ ਘਰ ਦੇ ਦੁੱਖ ਸੁੱਖ ਨੂੰ ਪੁੱਛਣ ਤੱਕ ਨਹੀਂ। ਮੇਰੇ ਵਾਸਤੇ ਉਹਨਾਂ ਦੇ ਮਨ ਵਿੱਚ ਰਤਾ ਪਰ ਵੀ ਸਤਕਾਰ ਨਹੀਂ। ਮੈਂ ਸਦਾ ਭਾਰੀ ਹਿਰਦੇ ਨਾਲ ਇਹ ਦੁੱਖ ਨੂੰ ਬਰਦਾਸ਼ਤ ਕਰਦੀ ਹਾਂ। ਆਪਣੀ ਪੁੱਤਰੀ ਦੇ ਦੁਖੀ ਬਚਨ ਸੁਣ ਕੇ ਮੂਲੇ ਦੀਆਂ ਅੱਖਾਂ ਵਿੱਚੋਂ ਅਥਰੂ ਡਿੱਗ ਪਏ। ਹਿਰਦੇ ਵਿੱਚੋਂ ਸੜ ਬਲ ਗਿਆ ਅਤੇ ਬਹੁਤ ਗੁੱਸਾ ਕਰਕੇ ਪਛਤਾਉਣ ਲੱਗਾ। ਮਹਿਤਾ ਕਾਲੂ ਤੋਂ ਵੀ ਜ਼ਿਆਦਾ ਕਿਤੇ ਮੂਲ ਚੰਦ ਗੁੱਸੇ ਵਾਲਾ ਹੈ। ਉਸ ਨੂੰ ਸ੍ਰੀ ਨਾਨਕ ਬਾਰੇ ਕੁਝ ਵੀ ਪਤਾ ਨਹੀਂ ਸੀ। ਉਸਨੇ ਹਿਰਦੇ ਵਿੱਚ ਆਪਣੀ ਧੀ ਨੂੰ ਧੀਰਜ ਦਿੱਤਾ ਅਤੇ ਆਪ ਗੁੱਸੇ ਵਿੱਚ ਆ ਕੇ ਉੱਠ ਖਲੋਤਾ। ਉਸੇ ਵੇਲੇ ਜੈ ਰਾਮ ਦੇ ਪਾਸ ਗਿਆ ਅਤੇ ਮੁਖ ਤੋਂ ਕਈ ਪੈੜੇ ਬਚਨ ਕਹੇ। ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਤੇ ਜੈ ਰਾਮ ਦੋਵੇਂ ਇੱਕ ਥਾਂ ਬੈਠੇ ਸੁੰਦਰ ਲੱਗ ਰਹੇ ਸਨ। ਜਦ ਉਹਨਾਂ ਵੇਖਿਆ ਕਿ ਮੂਲ ਚੰਦ ਆਇਆ ਹੈ ਤਾਂ ਬੜੇ ਆਦਰ ਮਾਣ ਨਾਲ ਆਸਨ ਦੇ ਕੇ ਬਿਠਾਇਆ। ਬੈਠਦਾ ਹੀ ਬੜੀ ਰੁੱਖੀ ਆਵਾਜ਼ ਵਿੱਚ ਬੋਲਿਆ, ਐ ਜੈ ਰਾਮ, ਸੁਣ, ਤੂੰ ਮੇਰਾ ਦੁਸ਼ਮਣ ਹੈ। ਪਿਛਲੇ ਜਨਮ ਵਿੱਚ ਤੇਰਾ ਮੇਰੇ ਨਾਲ ਕੋਈ ਵੈਰ ਸੀ, ਜੋ ਤੂੰ ਅੱਜ ਮੇਰੀ ਇਹ ਦਸ਼ਾ ਕੀਤੀ ਹੈ। ਇਹ ਜੋ ਸਦਾ ਫਕੀਰਾਂ ਦਾ ਸੰਗ ਕਰਦਾ ਹੈ, ਇਸ ਦੇ ਨਾਲ ਮੇਰੀ ਪੁੱਤਰੀ ਦਾ ਸਾਥ ਕਰਵਾ ਦਿੱਤਾ। ਇੱਕ ਦਿਨ ਇਹ ਜ਼ਰੂਰ ਫਕੀਰ ਬਣ ਜਾਵੇਗਾ, ਕਿਉਂਕਿ ਜਿਸ ਪਾਸੇ ਵੱਲ ਇਸ ਦੀ ਰਹੀ ਹੈ ਉਹੀ ਕੰਮ ਕਰੇਗਾ। ਬੁੱਧੀਮਾਨ ਲੋਕ ਕਹਿੰਦੇ ਹਨ ਕਿ ਜਿਸ ਦਾ ਜਿਸ ਕਿਸੇ ਨਾਲ ਪਿਆਰ ਹੁੰਦਾ ਹੈ ਉਹ ਕੁਝ ਬਣਦਾ ਹੈ। ਜੇ ਤੂੰ ਇਸ ਦੇ ਅਜਿਹੇ ਲੱਛਣ ਜਾਣਦਾ ਸੀ ਤਾਂ ਮੇਰੀ ਪੁੱਤਰੀ ਦਾ ਇਸ ਨਾਲ ਸੰਬੰਧ ਕਿਵੇਂ ਕਰ ਦਿੱਤਾ। ਹੱਟੀ ਤੇ ਬਹੁਤ ਧਨ ਆਉਂਦਾ ਹੈ, ਪਰ ਇਹ ਬਾਅਦ ਵਿੱਚ ਸਾਰਾ ਫਕੀਰਾਂ ਨੂੰ ਲੁਟਾ ਦਿੰਦਾ ਹੈ। ਪਿਛਲੇ ਜਨਮ ਵਿੱਚ ਕੋਈ ਵੱਡੇ ਪਾਪ ਕੀਤੇ ਹਨ, ਜਿਹੜਾ ਤੂੰ ਮੈਨੂੰ ਆਪਣੇ ਜਵਾਈ ਤੋਂ ਦੁੱਖ ਦਿਵਾਇਆ ਹੈ। ਇਹ ਮੇਰੀ ਪੁੱਤਰੀ ਦਾ ਰਾਈ ਪਰ ਵੀ ਸਨਮਾਨ ਨਹੀਂ ਕਰਦਾ। ਮੈਂ ਨਹੀਂ ਜਾਣਦਾ, ਇਸ ਨੂੰ ਕਿਸੇ ਵੀ ਸਮਝਾਇਆ ਨਹੀਂ ਹੈ। ਮੇਰੀ ਪੁੱਤਰੀ ਬੜੀ ਕਮਜ਼ੋਰ ਹੋਈ ਹੈ ਅਤੇ ਸਦਾ ਦੁਖੀ ਰਹਿੰਦੀ ਹੈ। ਮੇਰੇ ਅੱਗੇ ਉਸਨੇ ਆਪਣੀ ਹਾਲਤ ਬਿਆਨ ਕੀਤੀ ਹੈ। ਜਦ ਜੈ ਰਾਮ ਨੇ ਕਠੋਰਤਾ ਅਤੇ ਉਲਾਂਭੇ ਭਰੀ ਬਾਣੀ ਆਪਣੇ ਕੰਨਾਂ ਨਾਲ ਸੁਣੀ ਤਾਂ ਉਹ ਬੋਲੇ, ਮੂਲ ਚੰਦ ਜੀ, ਗੁੱਸਾ ਨਾ ਕਰੋ, ਨਿਰਦੋਸ਼ ਉਤੇ ਫਜ਼ੂਲ ਵਿੱਚ ਦੋਸ਼ ਨਾ ਲਾਵੋ। ਉਸ ਦੇ ਘਰ ਅੱਜ ਕਿਸੇ ਵਸਤੂ ਦੀ ਘਾਟ ਨਹੀਂ ਹੈ। ਵਿਧਾਤਾ ਨੇ ਉਸ ਨੂੰ ਸਰਬ ਪਦਾਰਥ ਦਿੱਤੇ ਹਨ। ਅੰਨ, ਕੱਪੜੇ, ਗਹਿਣੇ ਅਤੇ ਧਨ ਬਹੁਤ ਹੈ। ਜਿਸ ਤਰ੍ਹਾਂ ਮਰਜ਼ੀ ਤੁਹਾਡੀ ਪੁੱਤਰੀ ਖਰਚ ਕਰੇ ਅਤੇ ਖਾਵੇ, ਉਸ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਕਿਸੇ ਵਸਤੂ ਦੀ ਜੇ ਘਾਟ ਅਨੁਭਵ ਕਰੇ ਤਾਂ ਮੈਨੂੰ ਦੱਸੋ, ਮੈਂ ਉਸੇ ਵੇਲੇ ਲਿਆ ਕੇ ਦੇਵਾਂਗਾ। ਉਸਤਤ ਦੇ ਘਰ ਜੈ ਰਾਮ ਦੀ ਮਿੱਠੀ ਬਾਣੀ ਸੁਣ ਕੇ ਮੂਲ ਚੰਦ ਸ਼ਾਂਤ ਹੋ ਗਿਆ। ਉਸ ਦਾ ਕਰੋਧ ਜਿਵੇਂ ਅਗਨੀ ਵਰਗਾ ਸੀ, ਉਸ ਤਰ੍ਹਾਂ ਜੈ ਰਾਮ ਦੀ ਮਿੱਠੀ ਬਾਣੀ ਪਾਣੀ ਵਰਗੀ ਸੀ, ਜਿਸ ਨੇ ਮੂਲ ਚੰਦ ਦੀ ਅਗਨੀ ਨੂੰ ਬੁਝਾ ਦਿੱਤਾ। ਕਮਲ ਨੈਣ ਗੁਰੂ ਜੀ ਮੁਖ ਤੋਂ ਕੁਝ ਨਾ ਬੋਲੇ ਤੇ ਚੁੱਪ ਰਹੇ। ਮੂਲ ਚੰਦ ਨੂੰ ਆਪਣੇ ਪਿਤਾ ਸਮਾਨ ਸਮਝ ਕੇ ਕੋਈ ਗੱਲ ਵੀ ਨਾ ਕਹੀ। ਆਪਣੀ ਪੁੱਤਰੀ ਦੇ ਘਰ ਇੱਕ ਦਿਨ ਠਹਿਰ ਕੇ ਜਾਣ ਲੱਗਿਆ ਆਪਣੀ ਧੀ ਨੂੰ ਧੀਰਜ ਦਿੱਤਾ ਅਤੇ ਕਿਹਾ, ਤੈਨੂੰ ਸਾਰੇ ਸੁੱਖ ਪ੍ਰਾਪਤ ਹੋਣ।
फिर अपने नगर चले गया ते सारा किरतांत अपनी पत्नी नूं सुनाया। जद कुछ दिन बीत गए तां फिर चंद्राणी सुल्तानपुर आई, अपनी पुत्री नूं मिली ते बहुत प्यार दिता ते अखां विच हंझू भर के रो पई। दुखी हो के बचन बोलदी है, हे विदाता, तू इस जग विच इस्त्री क्यों पैदा कीती है? सदा पराए दे अधीन रह के असह दुख चलदी है। जन्म तो लैके ये सदा चिंता विच ही जकड़ी रहिंदी है। फिर हिरदे विच तीरज धार के माता सुलखणी जी अपनी माता दे पास बैठ के अपने निजी दुख बड़ी गंभीरता नाल दसन लगे। हे माता जी, पति दी विपरीति बारे भी सुनो। सारा धन नित गवाउंदे हन, कदी कदी घर विच चेहरा दिखाउंदे हन, हट्टी उते दिन रात ही बतीत करदे हन। उन्हां विच गृहस्थ रीति तां इक भी नहीं है, पर तन लुटाउण विच उन्हां दा कोई मुकाबला नहीं कर सकदा। चंद्राणी ने जद अपनी पुत्री दियां ये गल्लां सुनियां ते बड़े गुस्से विच आके अपने दिमाग दा संतुलन खो बैठी। उसे वेले बेबे नानकी दे घर गई ते सुख सांद पुछ के उसदे कोल बैठ गई। बड़े क्रोध विच फिर बोली, तेरे हिरदे विच परमेश्वर दा डर नहीं है। तू किस प्रकार दी ये मत धारण कीती है कि मेरी पुत्री नूं दासी वांग रखिया है। अपने भरा नूं कुछ समझाउंदी नहीं, सारे धन नूं वो लुटाई जा रहा है। तेरे वर्गा कोई हिरदा नहीं है जिसने मेरी पुत्री नूं इन्ना दुखी कीता है। उस समय जय राम ने रिश्ता करवाया सी, हुण तू उसनूं क्यों नहीं समझाया? घर आके मेरी धी दा दुख सुख नहीं पुछदा अते ना ही आके उस नाल बोलदा है। अपने पास कोई धन नहीं रखदा है अते हिरदे विच कोई भय नहीं है। बेबे नानकी ने चंद्राणी दी गलबात सुनी। बेबे नानकी ने चंद्राणी दी हालत अजिही वेखी जिवें किसे मूर्ख दे हथ माणक आ गया होवे। बेबे नानकी बड़ी मिठी ते कमल बाणी बोली, सुन मासी, तुसी बहुत समझदार हो। मैं नानक नूं किहड़ी भली गल समझावां। नानक तो ही तां सब धन ते सुख हन। मेरा भरा कोई पैड़ा काम नहीं कर रहा है। वो चोरां नाल मिल के चोरी नहीं करदा, जुआ नहीं खेडदा, पराइयां इस्त्रियां नाल वो विचार नहीं करदा। विषय वासना उसने अपने हिरदे विचों ही कढ छड्डी है। ना वो लोभी है, ना क्रोधी है अते ना ही विसई है। माड़े कम बारे वो सुपने विच भी नहीं सोच सकदा। अजिहे पैड़े कम करदियां जे मैं अपने भरा नूं देखां तां मेरा उसनूं समझाउणा बनदा है। उसदा बहुत ही भला अते चंगा सुभाव वेखदी हां जिस विच एक रुत्ती मात्र भी कोई दोष नहीं है। किरपा दी खान, नानक बहुत सुशील है। भोजन कपड़ा वो गरीबां नूं दान करदे हन। पराया दुख देख के उन्हां पासों सहारिया नहीं जांदा। सुखां दे दाते तां इंज हन जिवें उपकारी बरिछ हुंदा है। बरिछ धुप अते तपश अपने सिर ते लैंदा है, पर छां करके पंछियां नूं सुख दिंदा है। इस तरह ही मेरा भरा अपने निजी हत्थां नाल कमाई करके सब संतां नूं खुआ दिंदा है। मानो भगती ने निजी स्वरूप धारण कीता है जां ज्ञान ने अनुपम अते सुंदर शरीर धारिया है। जे कोई इन्ने चंगे कम विच लगा होवे जिहड़ा उसनूं अजिहे कम तो रोके, उस वर्गा पैड़े भागां वाला कौन होवेगा। विदाता ने तुहाडे चंगे भाग कीते हन जो तुहानूं अजिहा जवाई मिलिया है। नानक तां होर लोकां दा भी उद्धार करदा है अते शांति स्वरूप विकारां दा नाश करदा है। सारे सुख उन्हां तो ही हन। नानक तां आप करतार दा रूप है। उस वर्गा कोई उदार चित नहीं है। उसदा सारे जस फैलिया है कि वो सब दुखां दा नाश करन वाला है। लेखे विच कदी भी घाटा नहीं पिया है, अनेक वार वादा ही निकलिया है। पर तुसी कहंदे हो कि तुहाडी लड़की सारियां गल्लां तो दुखी रहिंदी है। दसो उस पास किहड़े पदार्थ दी घाट है जिस करके तुहाडी लड़की दुखी समझी जांदी है। सारियां वस्तां मेरे भरा ने ही दित्तियां हन। खाण खर्चण दी कोई तोट नहीं रहन दित्ती। कई प्रकार दे पदार्थ अते कपड़े दित्ते हन। सुंदर गहने उसनूं पहनाए गए हन। किसे गल दा भी कोई फिकर नहीं है। चाहे कुछ भी हो जावे, मैं हर हालत विच पहुंचावांगी। किसे दोष तो बगैर तुसी सानू खुआर करदे हो। अजिही दशा विच साडा की चारा चल सकदा है।
ਮਾਸੀ ਜੀ ਸੁਣੋ, ਇਹ ਬੇਮੁਨਾਸਿਬ ਗੱਲ ਹੈ ਜੇ ਮੈਂ ਤੁਹਾਨੂੰ ਕੁਝ ਕਹਾਂ। ਅਜਿਹੇ ਬਚਨ ਸੁਣ ਕੇ ਚੰਦਰਾਣੀ ਚੁੱਪ ਰਹੀ, ਕੋਈ ਗੱਲ ਔੜਦੀ ਨਹੀਂ ਸੀ। ਜਿਵੇਂ ਗਿਆਨੀ ਅੱਗੇ ਅਗਿਆਨੀ ਨੂੰ ਗੱਲ ਨਹੀਂ ਆਉਂਦੀ, ਇਸ ਤਰ੍ਹਾਂ ਹੀ ਚੰਦਰਾਣੀ ਵੀ ਕਿਸੇ ਗੱਲ ਦਾ ਉੱਤਰ ਨਾ ਦੇ ਸਕੀ। ਫਿਰ ਉਹ ਆਪਣੀ ਧੀ ਦੇ ਘਰ ਚਲੀ ਗਈ ਅਤੇ ਬੈਠ ਕੇ ਇੰਜ ਬੋਲੀ, ਪੁੱਤਰੀ ਸੁਣ, ਮੈਂ ਤੈਨੂੰ ਦੁਖੀ ਸਮਝ ਕੇ ਤੇਰੀ ਨਨਾਣ ਦੇ ਘਰ ਜਾ ਕੇ ਉਸ ਨੂੰ ਬਹੁਤ ਉਲਾਂਭੇ ਦਿੱਤੇ। ਉਸਨੇ ਮੈਨੂੰ ਸੱਚਾ ਉੱਤਰ ਦਿੱਤਾ ਹੈ, ਮੈਨੂੰ ਬੋਲਣ ਤੋਂ ਚੁੱਪ ਕਰਵਾ ਦਿੱਤਾ ਹੈ। ਮੈਨੂੰ ਉਸ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਔੜਿਆ। ਜਿਸ ਪਦਾਰਥ ਦੀ ਤੈਨੂੰ ਥੁੜ ਹੈ ਸੋ ਦੱਸੋ। ਜਦ ਮਾਤਾ ਸੁਲੱਖਣੀ ਨੇ ਇਸ ਤਰ੍ਹਾਂ ਆਪਣੀ ਮਾਤਾ ਜੀ ਦੀ ਗੱਲਬਾਤ ਸੁਣੀ ਤਾਂ ਕਹਿਣ ਲੱਗੇ, ਕਿ ਮੇਰੇ ਸਿਆਣੇ ਮਾਤਾ ਜੀ, ਭੋਜਨ, ਪਦਾਰਥ, ਕੱਪੜੇ ਅਤੇ ਜਿੰਨੇ ਵੀ ਸੁੰਦਰ ਗਹਿਣੇ ਹਨ, ਉਹ ਸਭ ਪ੍ਰਕਾਰ ਦੇ ਉਹਨਾਂ ਮੈਨੂੰ ਦਿੱਤੇ ਹਨ। ਹੋਰ ਕਿਸੇ ਵਸਤੂ ਦੀ ਮੈਨੂੰ ਕੋਈ ਘਾਟ ਨਹੀਂ ਹੈ। ਮੇਰੇ ਹਿਰਦੇ ਵਿੱਚ ਜੋ ਦੁੱਖ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ। ਕਦੇ ਵੀ ਪ੍ਰੇਮ ਪਿਆਰ ਨਾਲ ਘਰ ਨਹੀਂ ਆਏ, ਮੇਰੇ ਨਾਲ ਕਦੀ ਮੂੰਹ ਤੋਂ ਹੱਸ ਕੇ ਨਹੀਂ ਬੋਲੇ। ਮੈਂ ਆਪਣੇ ਹਿਰਦੇ ਦਾ ਮਨੋਰਥ ਕਿਸ ਨੂੰ ਦੱਸਾਂ, ਜਿਸ ਨੂੰ ਦੱਸ ਕੇ ਮੈਂ ਆਪਣੇ ਦੁੱਖ ਦੂਰ ਕਰਾਂ। ਹਰ ਵੇਲੇ ਚਿੰਤਾ ਵਿੱਚ ਪਈ ਰਹਿੰਦੀ ਹਾਂ, ਆਪਣੀ ਪੀੜਾ ਨਾਲ ਹਿਰਦੇ ਨੂੰ ਤਪਾ ਰਹੀ ਹਾਂ। ਆਪਣੀ ਪੁੱਤਰੀ ਦੇ ਭੇਦ ਭਰੇ ਬਚਨ ਸੁਣ ਕੇ ਚੰਦਰਾਣੀ ਫਿਰ ਬੇਬੇ ਨਾਨਕੀ ਪਾਸ ਗਈ। ਸਾਰੀ ਕਹਾਣੀ ਉਸਨੇ ਵਰਣਨ ਕੀਤੀ ਅਤੇ ਰੀਤੀ ਦਾ ਪ੍ਰਕਾਸ਼ ਕੀਤਾ, ਭਾਵ ਸਭ ਕੁਝ ਖੋਲ ਕੇ ਦੱਸ ਦਿੱਤਾ। ਬੇਬੇ ਨਾਨਕੀ ਨੇ ਕਿਹਾ, ਮਾਸੀ ਜੀ ਸੁਣੋ, ਤੁਹਾਡੀ ਧੀ ਦਾ ਸੁਭਾਅ ਬੜਾ ਕਠੋਰ ਸਮਝਿਆ ਜਾਂਦਾ ਹੈ। ਕਿਸੇ ਵੇਲੇ ਵੀ ਬੁਲਾਵੇ ਤਾਂ ਉਹ ਆ ਜਾਂਦੇ ਹਨ। ਜੇ ਕਦੀ ਸਹਿਜ ਸੁਭਾਅ ਆ ਵੀ ਜਾਣ ਤਾਂ ਸੁਲੱਖਣੀ ਮਨ ਵਿੱਚ ਕਰੋਧ ਕਰਕੇ ਲੜਾਈ ਕਰਨ ਲੱਗ ਜਾਂਦੀ ਹੈ। ਇਸ ਤਰ੍ਹਾਂ ਹਿਰਦੇ ਵਿੱਚ ਜਾਣ ਕੇ ਕਿ ਉਹ ਮੇਰੀ ਛੋਟੀ ਭਰਜਾਈ ਹੈ, ਮੈਂ ਚੁੱਪ ਰਹਿੰਦੀ ਹਾਂ। ਸ਼ੁਭ ਖੱਤਰੀ ਦੀ ਧੀ ਸਮਝ ਕੇ ਮੈਂ ਆਪਣੇ ਮੁਖ ਤੋਂ ਕੁਝ ਨਹੀਂ ਕਹਿੰਦੀ। ਕੀ ਗੱਲ ਕਹੇ ਕਿ ਮੈਂ ਉਸ ਨੂੰ ਆਦਰ ਨਾਲ ਵਸਾਵਾਂ, ਉਹਨਾਂ ਨੂੰ ਖੁਸ਼ ਵੇਖ ਕੇ ਮੈਂ ਵੀ ਸੁਖ ਪਾਵਾਂ। ਬੇਬੇ ਨਾਨਕੀ ਤਾਂ ਧੰਨ ਗੁਰੂ ਨਾਨਕ ਦੇਵ ਜੀ ਬਾਰੇ ਸਭ ਕੁਝ ਜਾਣਦੇ ਸਨ, ਪਰ ਉਹਨਾਂ ਨੂੰ ਸਮਝਾ ਨਹੀਂ ਸਨ ਸਕਦੇ ਕਿ ਧੰਨ ਗੁਰੂ ਨਾਨਕ ਤਾਂ ਆਪ ਕਰਤਾਰ ਹੈ।